ਸ਼੍ਰੋਮਣੀ ਮਹਾਨ ਸਤਿਗੁਰੂ ਰਵਿਦਾਸ ਮਹਾਰਾਜ ਜਿਨ੍ਹਾਂ ਨੇ ਦੁਨੀਆ ਦੇ ਉੱਤੇ ਉਹ ਕੰਮ, ਉਹ ਮਿਸਾਲ, ਉਹ ਕ੍ਰਾਂਤੀ ਲਿਆਂਦੀ ਹੈ ਕਿ ਉਹਨਾਂ ਨੇ ਹਰ ਸਮਾਜ ਦੇ, ਹਰ ਧਰਮ ਦੇ ਲੋਕਾਂ ਦੀ ਸੇਵਾ ਕੀਤੀ ਹੈ ਤੇ ਉਹਨਾਂ ਦੇ ਜੋ ਵੀ ਕਾਰਜ ਉਹਨਾਂ ਨੇ ਪਹਿਲ ਦੇ ਆਧਾਰ ਤੇ ਸਤਿਗੁਰੂ ਰਵਿਦਾਸ ਮਹਾਰਾਜ ਨੇ ਕੀਤੇ ਆ। ਤੇ ਉਹਨਾਂ ਦੀ ਗੱਲਬਾਤ ਕਰੀਏ ਤਾਂ ਰਾਜੇ ਮਹਾਰਾਜੇ ਵੀ ਉਹਨਾਂ ਦੀ ਈਨ ਬਣਦੇ ਸਨ, ਉਹਨਾਂ ਦੇ ਅੱਗੇ ਝੁਕਦੇ ਸਨ। ਅਸੀਂ ਗੱਲ ਕਰਦੇ ਆ ਮੰਦਰ ਤੁਗਲਕਾਬਾਦ, ਜੋ ਕਿ ਬੜਾ ਹੀ ਮਸ਼ਹੂਰ ਮੰਦਰ, ਉਸ ਵੇਲੇ ਦੇ ਰਾਜਾ ਸਿਕੰਦਰ ਲੋਧੀ ਨੇ ਉਹਨਾਂ ਦੇ ਨਾਮ ਲਿਖਾਈ ਹੋਈ ਜਗ੍ਹਾ ਜੋ ਕਿ ਸਤਿਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਦਿੱਲੀ ਦੇ ਸਰਕਾਰ ਦੇ ਉੱਤੇ ਬੜੇ ਵੱਡੇ ਇਲਜ਼ਾਮ ਲੱਗੇ ਕਿ ਇਹਨਾਂ ਨੇ ਤੁਗਲਕਾਬਾਦ ਮੰਦਰ ਜੋ ਹੈ ਹੜੱਪ ਲਈ ਹੈ। ਲੋਕਾਂ ਨੇ ਪਿੱਛੇ ਵੱਡਾ ਸੰਘਰਸ਼ ਵੀ ਵਿੱਢਿਆ, ਬੜਾ ਸੰਘਰਸ਼ ਹੋਇਆ ਤੇ ਤਾਂ ਜਾ ਕੇ ਥੋੜੀ ਬਹੁਤੀ ਜ਼ਮੀਨ ਜੋ ਹੈ ਉਹ ਰਵਿਦਾਸੀਆ ਲੋਕਾਂ ਨੂੰ ਉਹ ਪ੍ਰਾਪਤ ਹੋਈ ਹੈ ਕਿ ਅਸਥਾਨ ਮਿਲਣ ਲਈ। ਪਰ ਫਿਰ ਵੀ ਹਜੇ ਲੋਕਾਂ ਨੂੰ ਸੰਤੁਸ਼ਟੀ ਨਹੀਂ ਹੋਈ। ਸੰਗਤਾਂ ਦੇ ਵਿੱਚ ਭਾਰੀ ਰੋਸ਼ ਹੈ ਕਿਉਂਕਿ ਉਹ ਜੋ ਜ਼ਮੀਨ ਸੀ ਉਹ ਪੂਰੀ ਨਹੀਂ ਦਿੱਤੀ ਗਈ। ਨਵਦੀਪ ਦਕੋਆ ਜੋ ਕਿ ਇਸ ਮਿਸ਼ਨ ਨੂੰ ਲੈ ਕੇ ਤੁਰੇ ਹਨ ਕਿ ਅਸੀਂ ਉਨੀ ਦੇਰ ਤੱਕ ਚੈਨ ਨਾਲ ਨਹੀਂ ਬੈਠਾਂਗੇ ਜਿੰਨੀ ਦੇਰ ਤੱਕ ਸਾਨੂੰ ਜੋ ਜ਼ਮੀਨ ਸਾਡੀ ਪੂਰੀ ਜਿੰਨੀ ਜ਼ਮੀਨ ਸੀ ਉਹ ਪੂਰੀ ਦੀ ਪੂਰੀ ਸਾਨੂੰ ਨਹੀਂ ਦਿੱਤੀ ਜਾਂਦੀ। ਤੇ ਅੱਜ ਸਾਡੇ ਨਾਲ ਜੁੜੇ ਹੋਏ ਨੇ ਨਵਦੀਪ ਦਕੋਆ ਜੀ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਦਕੋਆ ਸਾਹਿਬ, ਤੁਹਾਡਾ ਸਵਾਗਤ ਹੈ ਜੀ ਜ਼ੀਰੋ ਲਾਈਨ ਨਿਊਜ਼ ਵਿੱਚ। ਬਹੁਤ ਬਹੁਤ ਧੰਨਵਾਦ ਭਾਜੀ, ਸਭ ਤੋਂ ਪਹਿਲਾਂ ਤਾਂ ਪੂਰੀ ਜ਼ੀਰੋ ਲਾਈਨ ਟੀਮ ਦਾ ਕਿ ਅੱਜ ਜਿਹੜਾ ਆਪਣੇ ਸੱਦੇ ਤੇ ਪ੍ਰੈਸ ਕਾਨਫਰੰਸ ਵਿੱਚ ਹਾਜ਼ਰ ਹੋਏ ਆ ਔਰ ਆਪਣਾ ਤੁਸੀਂ ਕੀਮਤੀ ਸਮਾਂ ਸਾਡੇ ਲਈ ਕੱਢਿਆ। ਦਕੋਆ ਸਾਹਿਬ, ਅੱਜ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੋ ਕਿ ਤੁਗਲਕਾਬਾਦ ਮੰਦਿਰ ਦੀ ਤੁਸੀਂ ਗੱਲ ਕਰ ਰਹੇ ਹੋ, ਕੀ ਮਾਮਲਾ ਹੈ ਜੀ? ਅੱਜ ਤੁਸੀਂ ਫਿਰ ਪ੍ਰੈਸ ਜੋ ਕਿ ਫੈਸਲੇ ਹੋ ਚੁੱਕੇ ਆ, ਸੁਪਰੀਮ ਕੋਰਟ ਦੇ ਫੈਸਲੇ ਆ ਗਏ ਆ, ਮੇਰੇ ਖਿਆਲ ਆ ਸੰਤਾਂ ਨੇ ਮੰਨ ਵੀ ਲਏ ਆ ਤੇ ਸੰਤ ਸਮਾਜ ਨੇ ਵੀ ਇਸ ਫੈਸਲੇ ਨੂੰ ਮੰਨ ਲਿਆ ਤੇ ਤੁਸੀਂ ਅੱਜ ਫਿਰ ਤੁਗਲਕਾਬਾਦ ਮੰਦਿਰ ਦੀ ਗੱਲ ਕਰ ਰਹੇ ਹੋ। ਦਰਅਸਲ ਸਰ, ਸਭ ਤੋਂ ਪਹਿਲਾਂ ਸਾਨੂੰ ਇਹਦੀ ਪ੍ਰਿਸ਼ਠਭੂਮੀ ਜਾਣਨੀ ਪਊਗੀ ਜੀ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸੰਗਤ ਨੇ ਇਸ ਫੈਸਲੇ ਨੂੰ ਮੰਨ ਲਿਆ, ਇਹ ਬਹੁਤ ਵੱਡੀ ਗਲਤੀ ਆ ਆਪਣੀ। ਸੰਗਤ ਨੇ ਇਸ ਫੈਸਲੇ ਨੂੰ ਬਿਲਕੁਲ ਨਹੀਂ ਮੰਨਿਆ। ਮੈਂ ਜਦੋਂ ਦਾ ਇਹ ਸੰਘਰਸ਼ ਸ਼ੁਰੂ ਕੀਤਾ ਅੱਜ ਤੱਕ ਜਿਹੜੀਆਂ 130 ਮੀਟਿੰਗਸ ਹੋ ਚੁੱਕੀਆਂ, 130 ਮੀਟਿੰਗਾਂ ਪਿੰਡਾਂ 'ਚ ਜਾ ਕੇ ਲਈਆਂ ਔਰ ਮੈਂ ਦੇਖਿਆ ਕਿ ਲੋਕਾਂ ਦੇ ਵਿੱਚ ਇੱਕ ਭਾਰੀ ਰੋਸ ਆ, ਲੋਕ ਬਹੁਤ ਦੁਖੀ ਆ ਔਰ ਲੋਕਾਂ ਦੇ ਵਿੱਚ ਇੱਕ ਇੰਨਾ ਕੁ ਰੋਸ ਆ ਕਿ ਉਹਨਾਂ ਨੇ ਕੇਂਦਰ ਸਰਕਾਰ ਨੇ ਸਾਡੇ ਬਾਪ ਦੀ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪੱਗ ਨੂੰ ਹੱਥ ਪਾਉਣ ਦਾ ਯਤਨ ਕੀਤਾ ਔਰ ਲੋਕ ਉਹਦਾ ਬਦਲਾ ਲੈਣਾ ਚਾਹੁੰਦੇ ਆ। ਬਦਲਾ ਲੈਣ ਲਈ ਅਸੀਂ ਕੋਈ ਹਥਿਆਰ, ਅਸੀਂ ਕੋਈ ਕਿਸੇ ਦੀ ਜਿਹੜੀ ਆਰਮਸ ਦੀ ਵਰਤੋਂ ਨਹੀਂ ਕਰਨੀ। ਅਸੀਂ ਜਿਹੜਾ ਉਹਨਾਂ ਤੋਂ ਸੰਵਿਧਾਨਕ ਤਰੀਕੇ ਨਾਲ ਬਦਲਾ ਲੈਣਾ ਆ ਔਰ ਪੂਰੀ ਦੀ ਪੂਰੀ ਜ਼ਮੀਨ 700 ਕਨਾਲਾਂ ਜੋ ਕਿ ਸਿਕੰਦਰ ਲੋਧੀ ਨੇ ਇੱਕ ਸਮੇਂ ਦੇ ਉੱਤੇ, ਜੋ ਕਿ ਅੱਜ ਤੋਂ 500 ਸਾਲ ਪਹਿਲਾਂ ਉਸ ਸਿਕੰਦਰ ਲੋਧੀ ਨੇ ਉਸ ਸਮੇਂ ਦੇ ਰਾਜੇ ਨੇ ਗੁਰੂ ਸਾਹਿਬ ਦੇ ਨਾਮ ਤੇ ਜ਼ਮੀਨ ਜਿਹੜੀ ਆ ਉਹ ਕੀਤੀ ਸੀ। ਅੱਜ ਵੀ ਉਹ ਜ਼ਮੀਨ ਜਿਹੜੀ ਚਮਾਰਵਾੜਾ ਦੇ ਨਾਮ ਦੇ ਉੱਤੇ ਬੋਲਦੀ ਆ। ਪਰ ਮੈਂ ਇਹ ਪੁੱਛਣਾ ਚਾਹੁੰਦਾ ਕਿ ਕੇਂਦਰ ਸਰਕਾਰ ਨੇ ਸਾਡੇ ਰਵਿਦਾਸੀਆ ਸਮਾਜ ਦੀਆਂ 22.5 ਕਰੋੜ ਦੀਆਂ ਭਾਵਨਾਵਾਂ ਨੂੰ ਦਰਕਿਨਾਰ ਕਰਦੇ ਹੋਏ ਪੂਰੀ ਦੀ ਪੂਰੀ ਜ਼ਮੀਨ ਆਪਣੇ ਅਧੀਨ ਕਰ ਲਈ, ਜੋ ਕਿ ਰਵਿਦਾਸੀਆ ਸਮਾਜ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ। ਦਕੋਆ ਸਾਹਿਬ, ਕੁੱਲ ਕਿੰਨੀ ਜ਼ਮੀਨ ਹੈ ਤੇ ਕਿੰਨੀ ਜ਼ਮੀਨ ਜਿਹੜੀ ਉਹ ਪ੍ਰਾਪਤ ਹੋਈ? ਇਹ ਦਰਅਸਲ ਅਸੀਂ ਲਗਭਗ 700 ਕਨਾਲ ਕਹਿੰਦੇ ਆ, ਪਰ ਅਸਲ ਮਹੀਨੇ ਵਿੱਚ ਐਗਜ਼ੈਕਟ ਫਿਗਰ ਜੇ ਦੇਖਿਆ ਜਾਵੇ ਤਾਂ 672 ਕਨਾਲਾਂ ਜ਼ਮੀਨ ਜਿਹੜੀ ਆ ਉਹ ਬਣਦੀ ਆ। 672 ਕਨਾਲ ਜ਼ਮੀਨ ਬਣਦੀ ਆ ਔਰ ਅੱਜ ਦੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਨੇ ਸਾਨੂੰ 4 ਕਨਾਲਾਂ ਦੇ ਕਰੀਬ ਜਿਹੜੀ ਵਾਪਸੀ ਦਿੱਤੀ ਆ, ਜਿਹਦੇ ਵਿੱਚ 16 ਮਰਲੇ ਗੁਰੂ ਘਰ ਦੇ ਲਈ ਤੇ ਜਿਹੜੀ 2 ਕਨਾਲ ਦਾ ਆਪਣੇ ਸਰੋਵਰ ਬਣਿਆ ਹੋਇਆ ਸੀ। ਕੁਝ ਜਿਹੜੀਆਂ ਆ ਸਮਾਧ ਉਸ ਸਮੇਂ ਦੀਆਂ ਬਣੀਆਂ ਜਿਹੜੇ ਉੱਥੇ ਵੀ ਸੇਵਾਦਾਰ ਸੇਵਾ ਕਰਦੇ ਸੀਗੇ, ਉਹ ਐਗਜ਼ੈਕਟ ਜਿਹੜੀਆਂ ਦਿੱਤੀਆਂ ਆ। ਬਾਕੀ ਸਾਰੀ ਜ਼ਮੀਨ ਨੂੰ ਕੇਂਦਰ ਸਰਕਾਰ ਨੇ ਸਾਡੇ ਬਾਪ ਦੀ ਜ਼ਮੀਨ ਨੂੰ, ਸਾਡੀ ਜ਼ਮੀਨ ਨੂੰ, ਜਿਸ ਦੇ ਉੱਤੇ ਅਧਿਕਾਰ ਸਿਰਫ ਔਰ ਸਿਰਫ ਰਵਿਦਾਸੀਆ ਸਮਾਜ ਦਾ ਬਣਦਾ ਸੀਗਾ, ਉਸ ਜ਼ਮੀਨ ਨੂੰ ਆਪਣੇ ਅਧੀਨ ਕਰ ਲਿਆ, ਜੋ ਕਿ ਸਾਡੇ ਸਮਾਜ ਨੂੰ, ਸਾਡੇ ਸੰਤ ਸਮਾਜ ਨੂੰ ਔਰ ਖਾਸ ਤੌਰ ਤੇ ਸਾਡੇ ਆਮ ਜੋ ਜਨਜੀਵਨ ਆ, ਜਨਜੀਵਨ ਵਿੱਚ ਰਹਿਣ ਵਾਲੇ ਲੋਕ ਆ, ਉਹਨਾਂ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਆ। ਇਸ ਮਾਮਲੇ ਵਿੱਚ ਤੁਸੀਂ ਆਲਾ ਅਧਿਕਾਰੀ ਮੰਤਰੀ ਸਾਹਿਬਾਨਾਂ ਨੂੰ ਵੀ ਮਿਲੇ ਹੋਵੋਗੇ ਤੇ ਉਹਨਾਂ ਨੇ ਕੀ ਕਿਹਾ? ਜਿਵੇਂ ਕਿ ਪਿੱਛੇ ਸੋਮ ਪ੍ਰਕਾਸ਼ ਜੀ, ਪਵਨ ਟੀਨੂ ਜੀ MLA, ਉਹਨਾਂ ਨੇ ਵੀ ਪਿੱਛੇ ਦਿੱਲੀ ਜਾ ਕੇ ਉੱਪਰ ਤੱਕ ਮੀਟਿੰਗਾਂ ਕੀਤੀਆਂ ਤੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਸਰਕਾਰ ਦੇ ਉੱਪਰ ਪੂਰਾ ਦਬਾਅ ਬਣਾ ਰੱਖਿਆ ਹੈ ਇਸ ਜ਼ਮੀਨ ਦੇ ਬਦਲੇ ਕਿ ਅਸੀਂ ਪੂਰੀ ਜ਼ਮੀਨ ਜਿਹੜੀ ਆ ਉਹ ਲੈ ਕੇ ਹੀ ਦਮ ਲਵਾਂਗੇ। ਦਰਅਸਲ ਦਵਿੰਦਰ ਭਾਈ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹ ਮੰਤਰੀਆਂ ਨੇ ਜਿਨ੍ਹਾਂ ਦੇ ਤੁਸੀਂ ਨਾਮ ਲਏ ਆ, ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ, ਮੈਂ ਇਹ ਗੱਲ ਕਹਿਣਾ ਚਾਹੁੰਦਾ BJP RSS ਦੀ ਇੱਕ ਕੋਝੀ ਚਾਲ ਸੀਗੀ ਕਿ ਸਹਿਬੇ ਕਮਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੋ ਸੋਚ ਇੱਕ ਵਿਸ਼ਾਲਕਾਲੀ ਤਰੀਕੇ ਦੇ ਨਾਲ, ਵਿਸ਼ਾਲਮਈ ਤਰੀਕੇ ਨਾਲ ਵੱਧ ਰਹੀ ਹੈ, ਉਹਨੂੰ ਕਿੱਦਾਂ ਰੋਕਣਾ ਆ। ਇਹ ਰਵਿਦਾਸੀਆ ਸਮਾਜ
ਇੱਕ ਜਿਹੜਾ ਪੂਰੀ ਤਰੀਕੇ ਦੇ ਨਾਲ ਇਕਜੁੱਟ ਹੋ ਕੇ ਆਪਣੇ ਅਸਲ ਅਧਿਕਾਰਾਂ ਦੀ ਮੰਗ ਕਰਨ ਲੱਗ ਪਿਆ ਸੀਗਾ। ਇਹਨਾਂ ਨੇ ਦੇਖਿਆ ਕਿ ਅਸੀਂ ਇਹਨਾਂ ਨੂੰ ਮੁੱਦੇ ਤੋਂ ਭਟਕਾਉਣਾ ਕਿੱਦਾਂ ਆ, ਇਸ ਕਰਕੇ ਉਹਨਾਂ ਨੇ ਸਾਡੇ ਬਾਪ ਦੀ ਜ਼ਮੀਨ ਨੂੰ ਧੰਨ ਧੰਨ ਸਾਹਿਬੇ ਕਮਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜ਼ਮੀਨ ਨੂੰ ਆਪਣੇ ਅਧੀਨ ਕਰ ਲਿਆ, ਤਾਂ ਕਿ ਜਿਹੜਾ ਇਹ ਲੋਕ ਸੰਘਰਸ਼ ਤੇ ਰਹਿਣ, ਹਮੇਸ਼ਾ ਰੋਡਾਂ ਤੇ ਰਹਿਣ, ਕਿਤੇ ਲੋਕ ਪੜ੍ਹ ਨਾ ਜਾਣ, ਆਪਣੇ ਅਧਿਕਾਰਾਂ ਦੀ ਮੰਗ ਨਾ ਕਰ ਲੈਣ। ਔਰ ਜਿਨ੍ਹਾਂ ਮੰਤਰੀਆਂ ਦੀ ਤੁਸੀਂ ਗੱਲ ਕਰ ਰਹੇ ਹੋ, ਚਾਹੇ ਉਹ ਸੋਮ ਪ੍ਰਕਾਸ਼ ਹੋਣ, ਰਜੇਸ਼ ਬਾਘਾ ਹੋਵੇ, ਠੀਕ ਹੈ ਜੀ, ਚਾਹੇ ਹਰਦੀਪ ਪੁਰੀ ਹੋਵੇ, ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਨਗੇ, ਪਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਸਰਕਾਰ ਉੱਪਰ ਹੈ ਕਿਹਦੀ? ਆਖਰਕਾਰ ਬੀਜੇਪੀ ਦੀ ਸਰਕਾਰ ਆ, ਤੇ ਇਹ ਆਪਣੀ ਸਰਕਾਰ ਦੇ ਵਿੱਚ ਜੇ ਆਪਣੀ ਗੱਲ ਨਹੀਂ ਬਣਵਾ ਸਕਦੇ, ਵਾਏ ਇਹ ਅਸਤੀਫਾ ਕਿਉਂ ਨਹੀਂ ਦੇ ਦਿੰਦੇ? ਵਾਈ ਸ਼ੁਡਨਟ ਹੀ ਰਿਜ਼ਾਈਨ? ਇਹ ਲੋਕ ਅਸਤੀਫਾ ਕਿਉਂ ਨਹੀਂ ਦਿੰਦੇ? ਜੇ ਨਹੀਂ ਦਿੰਦੇ ਫਿਰ ਇਹਨਾਂ ਨੂੰ ਆਪਣੇ ਸਮਾਜ ਨਾਲ ਪਿਆਰ ਨਹੀਂ ਆ, ਇਹਨਾਂ ਨੂੰ ਆਪਣੀ ਕੁਰਸੀ ਨਾਲ ਪਿਆਰ ਆ, ਤੇ ਸਮਾਜ ਦੀ ਗੱਲ ਕਰਨੀ ਪਵਨ ਕੁਮਾਰ ਟੀਨੂ ਨੂੰ ਵੀ ਬੰਦ ਕਰਨੀ ਚਾਹੀਦੀ ਆ, ਸੋਮ ਪ੍ਰਕਾਸ਼ ਨੂੰ ਵੀ ਬੰਦ ਕਰਨੀ ਚਾਹੀਦੀ ਆ। ਸਾਹਿਬ ਮਾਨਯੋਗ ਸੁਪਰੀਮ ਕੋਰਟ ਵੱਲੋਂ ਇਹ ਫੈਸਲਾ ਦਿੱਤਾ ਗਿਆ, ਜਿਹੜਾ ਹੀ ਫੈਸਲਾ ਹੋਇਆ ਹੈ ਮਾਨਯੋਗ ਸੁਪਰੀਮ ਕੋਰਟ ਵੱਲੋਂ, ਇਹਦੇ ਵਿੱਚ ਮੋਦੀ ਸਰਕਾਰ ਦਾ ਜਾਂ ਸਰਕਾਰਾਂ ਦਾ ਤਾਂ ਕੋਈ ਰੋਲ ਹੀ ਨਹੀਂ ਰਿਹਾ। ਦਰਅਸਲ ਸਾਨੂੰ ਇਹ ਦੇਖਣਾ ਪਊਗਾ, ਇਹ ਕੇਸ ਦੀ ਹਿਸਟਰੀ ਮੈਂ ਇਸੇ ਕਰਕੇ ਲੈ ਕੇ ਆਇਆ ਵੀ ਜਦੋਂ ਇਹ ਕੇਸ ਜਿਹੜਾ ਸ਼ੁਰੂ ਹੋਇਆ ਆ, ਇਹ ਕੇਸ ਸ਼ੁਰੂ ਹੋਇਆ ਔਰ ਕੇਸ ਦਾ ਐਂਡ ਇਹ ਕਿਹਨੇ ਕੀਤਾ? DDA, ਦਿੱਲੀ ਡਿਵੈਲਪਮੈਂਟ ਅਥਾਰਟੀ, ਜੋ ਕਿ ਕੇਂਦਰ ਸਰਕਾਰ ਦੇ ਅਧੀਨ ਚੱਲਦੀ ਆ, ਮੋਦੀ ਸਰਕਾਰ ਦੇ ਬਿਲਕੁਲ ਅਧੀਨ ਚੱਲਦੀ ਆ, ਔਰ ਮੋਦੀ ਸਰਕਾਰ ਦੀ ਸਿੱਧੀ ਇਨਵੋਲਵਮੈਂਟ ਆ। AGI, ਅਟਾਰਨੀ ਜਨਰਲ ਆਫ ਇੰਡੀਆ ਜਿਹੜੇ ਆ, ਇਹ ਮੋਦੀ ਸਰਕਾਰ ਦਾ ਪੱਖ ਰੱਖਣ ਗਏ ਸੀਗੇ, ਔਰ ਉਹਨਾਂ ਨੇ ਦੱਸਿਆ ਹੀ ਨਹੀਂ ਕਿ ਇੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 500 ਸਾਲ ਪੁਰਾਣੀ ਧਰੋਹਰ ਹੈਰੀਟੇਜ ਇਤਿਹਾਸਕ ਸਥਾਨ ਹੈ, ਉਹਨਾਂ ਨੇ ਦੱਸਿਆ ਹੀ ਨਹੀਂ। ਕਹਿੰਦੇ ਕਿ ਉਸ ਵੇਲੇ ਉੱਥੇ ਇੱਕ 5 ਮੈਂਬਰੀ ਕਮੇਟੀ ਵੀ ਬਣਾਈ ਗਈ ਸੀ, ਉਸ ਕਮੇਟੀ ਇਹਦਾ ਪੈਰਵਾਈ ਕਰਦੀ ਸੀ। ਕੀ ਗੱਲ ਤੁਸੀਂ ਇਹਨੂੰ ਦੋਸ਼ੀ ਮੰਨਦੇ ਆ ਕਿ ਨਹੀਂ ਕਿ ਉਹਨੇ ਪੈਰਵਾਈ ਨਹੀਂ ਕੀਤੀ? ਮੈਂ ਹਰ ਇੱਕ ਉਸ ਇਨਸਾਨ ਨੂੰ ਦੋਸ਼ੀ ਮੰਨਦਾ ਆ, ਜਦ ਕਿ ਦੋਸ਼ੀ ਮੈਂ ਖੁਦ ਵੀ ਆ। ਇੱਕ ਆਮ ਰਵਿਦਾਸੀਆ ਹੋਣ ਦੇ ਨਾਤੇ ਧੰਨ ਧੰਨ ਸਾਹਿਬੇ ਕਮਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ, ਉਹਨਾਂ ਦੀ ਸੋਚ ਨੂੰ ਜਿਹੜਾ ਮੰਨਣ ਵਾਲਾ ਹੋਣ ਦੇ ਨਾਤੇ ਮੈਂ ਵੀ ਦੋਸ਼ੀ ਹਾਂ, ਕਿਉਂਕਿ ਅਸੀਂ ਸਭ ਨੇ ਇਹ ਜਿਹੜੀ ਆ ਪੈਰਵਾਈ ਨਹੀਂ ਕੀਤੀ। ਕਮੇਟੀ ਦਾ ਦੋਸ਼ੀ ਹੈ ਕਿਉਂਕਿ ਕਮੇਟੀ ਨੂੰ ਸਾਰੀ ਇਸ ਚੀਜ਼ ਦਾ ਪਤਾ ਸੀ। ਕਮੇਟੀ ਨੇ, ਸਾਡਾ ਬੁੱਧੀਜੀਵੀ ਵਰਗ ਇੰਨਾ ਦੋਸ਼ੀ ਆ। ਬੁੱਧੀਜੀਵੀ ਵਰਗ ਦਾ ਫਰਜ਼ ਹੁੰਦਾ ਕਿ ਸਾਨੂੰ ਦੱਸੇ ਵੀ ਉੱਥੇ ਕੋਈ ਸਥਾਨ ਹੈ, ਉਹਦੀ ਪਵਿੱਤਰਤਾ, ਉਹਦੀ ਅਸਮਿਤਾ ਔਰ ਉਹਦੇ ਇਤਿਹਾਸਕਤਾ ਨੂੰ ਜਿਹੜਾ ਉਹਦੀ ਜਿਹੜੀ ਪ੍ਰਚਲਿਤਤਾ ਹੁੰਦੀ ਆ ਉਹ ਸਾਨੂੰ ਦੱਸੇ। ਪਰੰਤੂ ਸਾਡੇ ਹਰ ਇੱਕ ਪੱਧਰ ਦੇ ਉੱਤੇ ਸਾਡੇ ਸਮਾਜ ਕੋਲੋਂ ਗਲਤੀਆਂ ਹੋਈਆਂ, ਅਸੀਂ ਐਕਸੈਪਟ ਕਰਦੇ ਹਾਂ। ਪਰ ਹੁਣ ਕਿਉਂਕਿ ਪਿਛਲੇ ਵਾਰ ਜੋ ਗਲਤੀਆਂ ਹੋਈਆਂ ਆ, ਉਹ ਗਲਤੀਆਂ ਅੱਗੇ ਨਾ ਕਰਦੇ ਹੋਏ, ਉਹਨਾਂ ਗਲਤੀਆਂ ਨੂੰ ਦਰਕਿਨਾਰ ਕਰਦੇ ਹੋਏ ਅਸੀਂ ਜਿਹੜਾ ਅੰਦੋਲਨ ਕਰਾਂਗੇ, ਔਰ ਬਹੁਤ ਜਲਦ ਜਿਹੜਾ ਕੇਂਦਰ ਸਰਕਾਰ ਦੇ ਜਿਹੜਾ ਜਵਾੜੇ ਦੇ ਵਿੱਚੋਂ ਜ਼ਮੀਨ ਆ, ਉਹ ਅਸੀਂ ਖਿੱਚ ਕੇ ਉਹਨਾਂ ਦੀ ਗਲੇ ਤੋਂ ਜਿਹੜੀ ਜ਼ਮੀਨ ਹੈ ਉਹ ਖਿੱਚ ਕੇ ਲਿਆਵਾਂਗੇ। ਤਕਵਾ ਸਾਹਿਬ, ਸੰਤ ਸਮਾਜ ਇਸ ਜ਼ਮੀਨ ਦੀ ਪੈਰਵਾਈ ਕਰਦਾ ਆ ਰਿਹਾ, ਪਿੱਛੇ ਦੀ ਵੀ ਕਰਦਾ ਆ ਰਿਹਾ ਸੀ। ਕੀ ਤੁਸੀਂ ਸੰਤੁਸ਼ਟ ਨਹੀਂ ਹੈ ਸੰਤ ਸਮਾਜ ਦੇ ਵੱਲੋਂ ਜੋ ਕੰਮ ਕਰ ਰਿਹਾ ਹੈ ਇਸ ਮਾਮਲੇ 'ਚ, ਜੋ ਤੁਸੀਂ ਇੱਕ ਵੱਖਰੀ ਮੁਹਿੰਮ ਜਿਹੜੀ ਉਹ ਵੰਡ ਰਹੇ ਹੋ? ਦਰਅਸਲ ਜੇ ਆਪਾਂ ਇਹ ਕਹਿ ਦੇਣਾ ਕਿ ਅਸੀਂ ਸੰਤ ਸਮਾਜ ਦੇ ਨਾਲ ਨਹੀਂ ਆ, ਇਹ ਗਲਤ ਆ। ਜੇ ਇਹ ਕਹਿ ਦੇਣਾ ਕਿ ਅਸੀਂ ਕੀਤੇ ਜਾ ਰਹੇ ਸਾਰੇ ਸਮਾਜ, ਮੈਂ ਸੰਤ ਸਮਾਜ ਦੀ ਨਹੀਂ ਗੱਲ ਕਰਦਾ, ਕੋਈ ਵੀ ਸਮਾਜ ਦੇ ਵਿੱਚ ਕੰਮ ਕਰ ਰਿਹਾ ਆ, ਉਸ ਕੰਮ ਜੋ ਤੁਗਲਕਾਬਾਦ ਪ੍ਰਤੀ ਹੁਣ ਹੋ ਰਹੇ ਆ, ਆਪਾਂ ਉਹਨਾਂ ਤੋਂ ਸੰਤੁਸ਼ਟ ਨਹੀਂ ਆ। ਸਾਨੂੰ 16 ਮਰਲੇ ਜ਼ਮੀਨ ਬਿਲਕੁਲ ਮਨਜ਼ੂਰ ਨਹੀਂ, 4 ਕਨਾਲਾਂ ਜ਼ਮੀਨ ਸਾਨੂੰ ਬਿਲਕੁਲ ਮਨਜ਼ੂਰ ਨਹੀਂ। 700 ਕਨਾਲਾਂ ਦੇ ਲਈ ਸੰਤ ਸਮਾਜ ਨੇ ਇੱਕ ਮੁਹੱਈਆ ਕੀਤਾ ਆ। ਉਹ ਕਹਿੰਦੇ ਉਦੋਂ ਤੱਕ ਅਸੀਂ ਉਦਘਾਟਨ ਨਹੀਂ ਕਰਾਂਗੇ ਜਦ ਤੱਕ ਪੂਰੀ ਦੀ ਪੂਰੀ ਜ਼ਮੀਨ ਸਾਨੂੰ ਨਹੀਂ ਮਿਲ ਜਾਂਦੀ। ਮੈਂ ਕਹਿਣਾ ਆ ਹੁਣ ਦੇਖਣਾ ਵੀ ਆ ਕਿ ਸੰਤ ਸਮਾਜ ਕਦੋਂ ਤੱਕ ਅਟੱਲ ਰਹਿੰਦੇ ਆ, ਔਰ ਜਦੋਂ ਤੱਕ ਸੰਤ ਸਮਾਜ ਅਟੱਲ ਆ ਅਸੀਂ ਉਹਨਾਂ ਦੇ ਨਾਲ ਆ। ਔਰ ਜੇ ਚਾਹੇ ਕੋਈ ਸੰਤ ਸਮਾਜ ਦਾ ਬੰਦਾ ਹੋਵੇ, ਚਾਹੇ ਕੋਈ ਆਮ ਜਨ ਲੋਕ ਹੋਵੇ, ਜਿਹੜਾ ਵੀ ਇਹ ਕਹੂਗਾ ਕਿ 700 ਕਨਾਲ ਨਹੀਂ 16 ਮਰਲੇ ਉਹਨੂੰ ਮਨਜ਼ੂਰ ਆ, ਉਹ ਸਾਡੇ ਅੰਦੋਲਨ ਤੋਂ ਪਹਿਲਾਂ ਹੀ ਜਿਹੜਾ ਆਪਣਾ ਵੱਖਰੇਵਾਂ ਕਰ ਸਕਦਾ ਆ। ਪਰੰਤੂ ਅਸੀਂ ਸਾਰੇ ਸੰਤ ਸਮਾਜ ਨੂੰ ਨਾਲ ਲੈ ਕੇ, ਮੈਨੂੰ ਭਰੋਸਾ ਆ, ਔਰ ਬਹੁਤ ਸਾਰੇ ਸੰਤਾਂ ਨੇ ਖੁਦ ਇਸ ਗੱਲ ਨੂੰ ਮੰਨਿਆ ਕਿ ਅਸੀਂ ਤੁਹਾਡੇ ਨਾਲ ਆ, ਔਰ ਪੂਰੇ ਸੰਘਰਸ਼ ਦੇ ਵਿੱਚ ਅਸੀਂ ਤੁਹਾਡਾ ਸਹਿਯੋਗ ਕਰਾਂਗੇ। ਦੁੱਖਾ ਸਾਹਿਬ, ਪਿੱਛੇ ਜਦੋਂ ਸੰਘਰਸ਼ ਚੱਲਦਾ ਵੀ ਰਿਹਾ ਤੇ ਇਹੋ ਜਿਹੇ ਵੀ ਜਿਹੜੇ ਕਮੇਟੀਆਂ ਬਣੀਆਂ ਜਿਨ੍ਹਾਂ ਨੇ ਸੰਘਰਸ਼ ਵਿੱਢਿਆ, ਪਿੰਡ ਪਿੰਡ ਜਾਮ ਵੀ ਲੱਗੇ, ਰੋਡ ਵੀ ਜਾਮ ਹੋਏ, ਤੇ ਇਹੋ ਜਿਹੇ ਵੀ ਕੁਝ ਲੀਡਰ ਸਹਿਬਾਨਾਂ ਦੇ ਉੱਤੇ ਇਲਜ਼ਾਮ ਲੱਗੇ ਕਿ ਇਹ ਪੈਸਾ ਖਾ ਗਏ, ਪੈਸਾ ਇਕੱਠਾ ਕਰਕੇ ਤੇ ਇਹਨਾਂ ਨੇ ਅੱਗੇ ਤੱਕ ਜਿਹੜੇ ਆ ਉਹ ਪਹੁੰਚ ਨਹੀਂ ਕੀਤੀ। ਕੀ ਕਹਿਣਾ ਚਾਹੁੰਦੇ ਤੁਸੀਂ? ਇਸੇ ਕਰਕੇ ਮੈਂ ਕਿਹਾ ਕਿ ਪੁਰਾਣੀਆਂ ਬਹੁਤ ਗਲਤੀਆਂ ਹੋਈਆਂ, ਬਹੁਤ ਗਲਤੀਆਂ ਹੋਈਆਂ। ਮੰਨਦੇ ਇਸ ਗੱਲ ਨੂੰ ਕਿ ਪੈਸਾ ਦਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਮੈਂ ਹੁਣ ਇੱਕ ਬਿਲਕੁਲ ਪੋਜ਼ਿਟਿਵ ਫੈਕਟ ਲੈ ਕੇ ਚੱਲਿਆ। ਮੈਨੂੰ ਪਤਾ ਕਿ ਇਲਜ਼ਾਮ ਜਿਹੜੇ ਆ ਪੁਰਾਣੀਆਂ ਕਮੇਟੀਆਂ ਦੇ ਲੱਗਦੇ ਆਏ ਆ, ਔਰ ਇਹਨਾਂ ਇਲਜ਼ਾਮਾਂ ਦਾ ਹੋ ਸਕਦਾ ਸਾਹਮਣਾ ਸਾਨੂੰ ਵੀ ਕਰਨਾ ਪਵੇ। ਇਸ ਕਰਕੇ ਪੂਰੇ ਰਵਿਦਾਸੀਆ ਸਮਾਜ ਨੂੰ ਆਪਣੇ ਚੈਨਲ ਤੋਂ ਇੱਕ ਮੈਂ ਬੇਨਤੀ ਕਰਦਾ ਕਿ ਸਾਨੂੰ ਕਿਸੇ ਦੇ ਵੀ 1 ਵੀ ਰੁਪਈਏ ਦੀ ਲੋੜ ਨਹੀਂ ਹੈ, ਸਾਨੂੰ ਪੈਸੇ ਦੀ ਲੋੜ ਬਿਲਕੁਲ ਵੀ ਨਹੀਂ ਆ। ਕੋਈ ਗੱਲ ਨਹੀਂ, ਜਿਹੜਾ ਵੀ ਕਮੇਟੀ ਨਾਲ ਚੱਲਦਾ ਆ, ਇਹ ਪੈਸਾ ਜਿਹੜਾ ਆਪਣੇ ਕੋਲੋਂ ਲਾ ਕੇ ਅਸੀਂ ਜਿਹੜਾ 100 ਰੁਪਈਆ 200 ਰੁਪਈਆ ਇਕੱਠਾ ਕਰਕੇ ਅਸੀਂ ਜਿਹੜਾ ਇਹ ਸੰਘਰਸ਼ ਨੂੰ ਚਲਾਵਾਂਗੇ। ਪਰ ਸਮਾਜ ਜਿਹੜਾ ਆ ਜਿਸ ਤਰ੍ਹਾਂ ਨਾਲ ਅੱਜ ਖੜਾ ਹੋ ਰਿਹਾ, ਮੈਨੂੰ ਉਮੀਦ ਆ
ਜਿੱਦਾਂ ਅੱਜ ਚੇਨ ਚੱਲ ਰਹੀ ਹੈ, ਮੈਂ ਤੁਹਾਨੂੰ ਦੱਸਿਆ ਵੀ ਪਿੰਡ ਤੋਂ ਪਿੰਡ ਜਿੱਦਾਂ ਮੀਟਿੰਗਾਂ ਹੋ ਰਹੀਆਂ। ਇੱਕ ਮੈਂ ਉਦਾਹਰਨ ਦਵਿੰਦਰ ਜੀ ਤੁਹਾਨੂੰ ਦੇਣੀ ਚਾਹੁੰਦਾ, ਮੈਂ ਲਾਵਲਪੁਰ ਗਿਆ ਮੀਟਿੰਗ ਕਰਨ ਦੇ ਲਈ। ਉੱਥੇ ਮੈਂ ਬੋਲ ਰਿਹਾ ਸੀ ਕਿ ਬੀਬੀਆਂ ਦੇ ਅੰਦਰ ਪਤਾ ਨਹੀਂ ਕਿਉਂ ਇੰਨੀ ਇੱਕ ਉਤਸੁਕਤਾ ਆ ਗਈ ਕਿ ਉਹਨਾਂ ਦਾ ਰੋਣਾ ਨਿਕਲ ਗਿਆ। ਉਹ ਤਾਹਾਂ ਮਾਰ ਕੇ ਸਾਡੀਆਂ ਬਜ਼ੁਰਗ ਬੀਬੀਆਂ ਰੋਣ ਲੱਗ ਪਈਆਂ ਕਿ ਸਾਡੇ ਬਾਪ ਦੀ ਪੱਗ ਨੂੰ ਹੱਥ ਪਾਇਆ ਆ, ਔਰ ਉਹਨਾਂ ਨੇ ਤਹਈਆ ਕਰ ਲਿਆ, ਕਸਮ ਖਾਧੀ ਉਸ ਦਿਨ ਉਹਨਾਂ ਨੇ ਕਿ ਅਸੀਂ ਪੂਰੀ ਦੀ ਪੂਰੀ ਜ਼ਮੀਨ ਪ੍ਰਾਪਤ ਕਰਾਂਗੇ, ਨਹੀਂ ਤਾਂ ਅਸੀਂ ਵੀ ਚੈਨ ਨਾਲ ਨਹੀਂ ਬੈਠਾਂਗੇ। ਮੈਂ ਇਹ ਕਹਿੰਦਾ ਸਾਨੂੰ ਸਮਾਜ ਦੀ ਭਾਵਨਾ ਦੇਖਣੀ ਚਾਹੀਦੀ ਹੈ। ਬਾਕੀ ਜਦੋਂ ਵੀ ਹੁੰਦੇ ਆ ਸਮੱਸਿਆਵਾਂ, ਪੁਰਾਣੀਆਂ ਸਮੱਸਿਆਵਾਂ ਬਹੁਤ ਸੀਗੀਆਂ, ਅਸੀਂ ਉਹਨਾਂ ਗਲਤੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ, ਨਾ ਕਿ ਉਹਨਾਂ ਨੂੰ ਗਲਤੀਆਂ ਨੂੰ ਦੁਹਰਾਵਾਂਗੇ ਨਹੀਂ। ਤੁਸੀਂ ਸੰਤ ਸਮਾਜ ਨੂੰ ਨਾਲ ਲੈ ਕੇ ਚੱਲੋਗੇ? ਬਿਲਕੁਲ, ਇਹਦੇ ਵਿੱਚ ਕੋਈ ਨੋ ਡਾਊਟ। ਸੰਤ ਸਮਾਜ ਸਾਡੇ ਬਹੁਤ ਹੀ ਸਤਿਕਾਰਯੋਗ। ਅਸੀਂ ਪੂਰੇ ਸੰਤ ਸਮਾਜ ਨੂੰ, ਹਰ ਇੱਕ ਸੰਤ, ਸਾਡੇ ਤੇ ਤਕਰੀਬਨ 365 ਡੇਰਾ ਆ, ਔਰ ਮੈਂ ਤੁਹਾਨੂੰ ਇੱਕ ਯਕੀਨ ਦਿਵਾਉਣਾ 40 ਡੇਰੇ ਐਸੇ ਆ ਜਿਹੜੇ ਸਾਡੇ ਨਾਲ ਸਮਰਥਨ ਆਲਰੇਡੀ ਦੇ ਚੁੱਕੇ ਆ। ਆਲਰੇਡੀ ਉਹਨਾਂ ਨੇ ਕਹਿਤਾ ਆ ਵੀ ਨਵਦੀਪ ਜੀ ਤੁਸੀਂ ਸੰਘਰਸ਼ ਨੂੰ ਲੀਡ ਕਰੋ, ਅਸੀਂ ਤੁਹਾਡੇ ਨਾਲ ਆ, ਔਰ ਬੈਕ ਸਪੋਰਟ ਦੇ ਉੱਤੇ ਅਸੀਂ ਤੁਹਾਡੀ ਪੂਰੀ ਸਪੋਰਟ ਕਰਾਂਗੇ। ਔਰ ਮੈਂ ਇੱਕ ਗੱਲ ਦਾ ਵਾਅਦਾ ਕਰਦਾ, ਇਹ ਸੰਘਰਸ਼ ਕੋਈ ਨਵਦੀਪ ਤੋਂ ਕੋਹੇ ਇਕੱਲੇ ਦਾ ਨਹੀਂਗਾ, ਇਹ ਸੰਘਰਸ਼ ਕੋਈ ਤੁਗਲਕਾਬਾਦ ਸੰਘਰਸ਼ ਗਰੁੱਪ ਇਕੱਲੇ ਦਾ ਨਹੀਂਗਾ। ਇਹਦੇ ਲਈ ਅਸੀਂ ਜਿਹੜੀ ਆ ਇੱਕ ਪਿਛਲੇ ਸੰਡੇ ਲੋਕਡਾਊਨ ਦੇ ਦੌਰਾਨ ਵੀ ਇੱਕ ਮੀਟਿੰਗ ਰੱਖੀ ਸੀ, ਕਿਉਂਕਿ ਮੀਟਿੰਗ ਸਾਡੀ ਸਾਹਿਬ ਤੁਗਲਕਾਬਾਦ ਮਿਸ਼ਨ ਜਿਹੜਾ ਆ ਉਹ ਫਤਿਹ ਹੁੰਦਾ ਜੇਕਰ ਸੰਤ ਸਮਾਜ ਇਕੱਠਾ ਹੁੰਦਾ। ਤੁਸੀਂ ਮੰਨਦੇ ਕਿ ਇਸ ਚੀਜ਼ ਦਾ ਨੁਕਸਾਨ ਹੋਇਆ ਕਿ ਸੰਤ ਸਮਾਜ ਆਪ ਹੀ ਪਾਟੋ ਧਾੜ ਵਿੱਚ ਹੈ? ਦਰਅਸਲ ਇਹ ਇੱਕ ਬਹੁਤ ਤੁਸੀਂ ਮਤਲਬ ਕਿ ਸਵਾਲ ਜਿਹੜੀ ਨਾ ਪੂਰੀ ਗਹਿਰਾਈ ਇਹਦੇ ਵਿੱਚ ਦੱਸਦੇ ਹੋ। ਜੇਕਰ ਅਸੀਂ ਇੱਕ ਹੁੰਦੇ, ਮੈਂ ਸੰਤ ਸਮਾਜ ਦੀ ਗੱਲ ਹੀ ਨਹੀਂ ਕਰਦਾ, ਮੈਂ ਕਹਿੰਦਾ ਜੇਕਰ ਅਸੀਂ ਸਾਰਾ ਸਮਾਜ ਹੀ ਇੱਕ ਹੁੰਦਾ ਤੇ ਸਾਨੂੰ ਦਰ ਬਦਰ ਦੀਆਂ ਠੋਕਰਾਂ ਖਾਣੀਆਂ ਕਿਉਂ? ਨਹੀਂ, ਸੰਤ ਸਮਾਜ ਨਾਲ ਲੋਕ ਜੁੜੇ ਹੋਏ ਆ, ਭਾਵਨਾਵਾਂ ਜੁੜੀਆਂ ਹੋਈਆਂ। ਜੇ ਸੰਤ ਸਮਾਜ ਹੀ ਇਕੱਠਾ ਨਹੀਂ ਹੈ ਤੇ ਲੋਕਾਂ ਨੇ ਕਿੱਥੇ ਇਕੱਠੇ ਹੋਏ? ਦਰਅਸਲ ਸੰਤ ਮਤ ਹਮੇਸ਼ਾ ਹਰ ਇੱਕ ਡੇਰੇ ਦੀ ਇੱਕ ਆਪਣੀ ਵੱਖਰੀ ਵਿਚਾਰਧਾਰਾ ਹੁੰਦੀ ਹੈ। ਜਿੱਦਾਂ ਇੱਕ ਹਰ ਇੱਕ ਪਾਰਟੀ ਦੀ ਇੱਕ ਵਿਚਾਰਧਾਰਾ ਹੁੰਦੀ ਆ। ਦਾਸ ਮਹਾਰਾਜ ਦੀ ਵਿਚਾਰਧਾਰਾ ਨਹੀਂ, ਮੈਂ ਤੁਹਾਡੀ ਸੰਤਾਂ ਦੀ ਆਪਣੀ ਵਿਚਾਰਧਾਰਾ ਨਹੀਂ। ਦੇਖੋ ਡੇਰਿਆਂ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਹਨਾਂ ਲਈ ਆਈਡੀਅਲ ਆ, ਪਰ ਵਿਚਾਰਧਾਰਾ ਦਾ ਕਿਤੇ ਨਾ ਕਿਤੇ ਇੱਕ ਛੋਟਾ ਜਿਹਾ ਫਰਕ ਹੁੰਦਾ ਆ। ਜਿੱਦਾਂ ਹੁਣ ਆਪਾਂ ਕਾਂਗਰਸ ਦੀ ਲੈ ਲੈਂਦੇ, ਗਾਂਧੀਵਾਦੀ ਆ, ਬੀਜੇਪੀ ਵੀ ਕਹਿੰਦੇ ਅਸੀਂ ਗਾਂਧੀਵਾਦੀ ਆ, ਪਰ ਇਹਨਾਂ ਦੇ ਵਿੱਚ ਆਪਸੀ ਨੂੰ ਦੋਸ਼ੀ ਮੰਨਦੇ ਜਾਂ ਨਹੀਂ ਮੰਨਦੇ ਕਿ ਸੰਤ ਸਮਾਜ ਜੇਕਰ ਆਪੋ ਵਿੱਚੀ ਪਾਟੋ ਧਾੜ ਕਰਕੇ ਇਸ ਗੱਲ ਨੂੰ ਤੁਸੀਂ ਮੰਨਦੇ ਆ ਕਿ ਜਾਂ ਨਹੀਂ ਮੰਨਦੇ ਕਿ ਤੁਗਲਕਾਬਾਦ? ਦਰਅਸਲ ਇੱਕ ਦੱਸਣਾ ਵੀ ਸੰਤ ਸਮਾਜ ਵਿੱਚ ਆਪਸੀ ਪੜਾ ਆ, ਇੱਕ ਨੈਰੇਟਿਵ ਕ੍ਰੀਏਟ ਕੀਤਾ ਜਾਂਦਾ ਆ ਉਹਨਾਂ ਲੋਕਾਂ ਦੁਆਰਾ ਜੋ ਸਾਡੇ ਸਮਾਜ ਨੂੰ ਇੱਕ ਨਹੀਂ ਹੋਣ ਦੇਣਾ ਚਾਹੁੰਦੇ। ਪਰ ਦਵਿੰਦਰ ਜੀ, ਮੈਂ ਕੱਲ ਤੁਹਾਨੂੰ ਭਰੋਸਾ ਦਿਵਾਉਣਾ ਵੀ ਤੁਗਲਕਾਬਾਦ ਦੇ ਮਸਲੇ ਦੇ ਉੱਤੇ, ਮੈਂ ਹੋਰ ਕਿਸੇ ਮਸਲੇ ਦੀ ਗੱਲ ਨਹੀਂ ਕਰਦਾ, ਪਰ ਤੁਗਲਕਾਬਾਦ ਦੇ ਮਸਲੇ ਤੇ ਸਾਰਾ ਸੰਤ ਸਮਾਜ ਇੱਕ ਆ, ਔਰ ਉਹਨਾਂ ਨੇ ਇੱਕ ਤਹਈਆ ਕੀਤਾ ਵੀ ਅਸੀਂ ਉਦੋਂ ਤੱਕ ਉਦਘਾਟਨ ਕਰਾਂਗੇ ਨਹੀਂ। ਫਿਰ ਇਹ ਸਮਾਜ ਦੀ ਸੰਤ ਸਮਾਜ ਦੀ ਵੱਡੀ ਹੋਰ ਪਹਿਲ ਕੀ ਹੋ ਸਕਦੀ ਆ ਕਿ ਸੰਤ ਸਮਾਜ ਨੇ ਕਹਿਤਾ ਆ ਵੀ ਅਸੀਂ ਨਾਲ ਆ। ਉਹ ਤੁਸੀਂ ਹੋਰ ਦੇਖੋ, ਬਹੁਤ ਸਾਰੀਆਂ ਵੇਟਕਰਾਈਟ ਜਥੇਬੰਦੀਆਂ, ਬਹੁਤ ਸਾਰੀਆਂ ਇਹੋ ਜਿਹੇ ਜਿਹੜੇ ਆ ਆਪਣੇ ਛੋਟੇ ਛੋਟੇ ਦਲ ਆ, ਔਰ 200 ਤੋਂ ਵੱਧ ਗੁਰੂ ਘਰ ਕਮੇਟੀਆਂ ਜੋ ਕਿ ਉਸ ਮੀਟਿੰਗ ਦੇ ਵਿੱਚ ਹਾਜ਼ਰ ਸੀਗੀਆਂ। ਔਰ ਉਸ ਸਮੇਂ ਗੁਰੂ ਘਰ ਕਮੇਟੀਆਂ ਦੇ ਪ੍ਰਧਾਨਾਂ ਨੇ ਇਹ ਕਹਿ ਦਿੱਤਾ ਕਿ ਅਸੀਂ ਤੁਹਾਡੇ ਨਾਲ ਆ, ਔਰ ਪਿੰਡਾਂ ਤੋਂ ਪੂਰੀ ਜਿਹੜੀ ਸੰਗਤ ਲੈ ਕੇ ਅਸੀਂ ਪਹੁੰਚਾਂਗੇ। ਔਰ ਅਸੀਂ ਇੱਕ ਆਪਦੇ ਚੈਨਲ ਤੋਂ ਦੱਸਣਾ ਚਾਹੁੰਦੇ ਕਿ ਦਸੰਬਰ ਦੇ ਵਿੱਚ ਇੱਕ ਵੱਡੀ ਸ਼ੋਭਾ ਯਾਤਰਾ ਦੁਆਬਾ ਬਦਰੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ, ਜੋ ਕਿ ਸੰਘਰਸ਼ ਦੇ ਐਲਾਨ ਦੇ ਦਿਨ ਦੇ ਨਾਲ ਨਿਕਲੇਗੀ। ਪਿੰਡਾਂ 'ਚ ਦਿਨ ਦਾ ਐਲਾਨ ਕਰਦੀ ਜਾਵੇਗੀ, ਪੂਰੇ ਦੁਆਬੇ ਨੂੰ ਕਵਰ ਕਰਦੀ ਹੋਈ, ਸਾਰੇ ਗੁਰੂ ਘਰਾਂ ਦੇ ਵਿੱਚ ਜਾਂਦੀ ਹੋਈ ਸਾਡੀ ਇਹ ਸ਼ੋਭਾ ਯਾਤਰਾ ਜਿਹੜੀ ਆ ਉਹ ਨਿਕਲੇਗੀ। ਔਰ ਜਿਹੜੇ ਇੱਕ ਖਾਸ ਪੁਆਇੰਟ ਦੇ ਉੱਤੇ ਜਿਹੜਾ ਅਸੀਂ ਤੁਹਾਨੂੰ ਕੁਝ ਸਮੇਂ ਬਾਅਦ ਦੱਸਾਂਗੇ, ਔਰ ਉੱਥੇ ਆ ਕੇ ਸਮਾਪਤ ਹੋਊਗੀ। ਔਰ ਪੂਰਾ ਜਿਹੜਾ ਪੰਜਾਬ, ਪੂਰੇ ਹਰਿਆਣੇ ਦੇ ਵਿੱਚ ਦੇਖੋ, ਸਤਪਾਲ ਤੰਵਰ ਜੀ ਸਾਡੇ ਸਾਥੀ ਲੱਗੇ ਹੋਏ ਆ ਹਰਿਆਣੇ ਦੇ ਵਿੱਚ, ਉਹਨਾਂ ਨੂੰ ਅਸੀਂ ਹਰਿਆਣੇ ਦਾ ਇੰਚਾਰਜ ਬਣਾਇਆ ਆ, ਬਹੁਤ ਵਧੀਆ ਕੰਮ ਕਰ ਰਹੇ ਆ। ਯੂਪੀ ਦੇ ਵਿੱਚ ਰੋਹਿਤ ਕੁਮਾਰ ਜੀ ਸਾਡੇ ਸਾਥੀ ਜਿਹੜੇ ਆ ਉਹ ਲੱਗੇ ਹੋਏ ਆ, ਪ੍ਰਿੰਸ ਜੀ ਸਾਡੇ ਸਾਥੀ ਲੱਗੇ ਹੋਏ। ਨੌਜਵਾਨ ਵਰਗ ਜਿਹੜਾ ਆ ਬਹੁਤ ਉਤਸ਼ਾਹ 'ਚ ਆ। ਮੈਂ ਇੱਕ ਗੱਲ ਮੰਨਦਾ ਕਿ ਕਿਤੇ ਨਾ ਕਿਤੇ ਕੁਝ ਨੌਜਵਾਨਾਂ ਨੂੰ ਗੁੰਮਰਾਹ ਵੀ ਕੀਤਾ ਜਾ ਰਿਹਾ ਆ ਅਲੱਗ-ਅਲੱਗ ਜਥੇਬੰਦੀਆਂ ਦੁਆਰਾ, ਪਰ ਸਾਡਾ ਨੌਜਵਾਨ ਇੱਕ ਆ, ਔਰ ਰਵਿਦਾਸੀਆ ਧਰਮ ਨਾਲ ਜੁੜਿਆ ਹੋਇਆ ਨੌਜਵਾਨ ਪੂਰੀ ਤਰ੍ਹਾਂ ਇੱਕ ਆ। ਉਹ ਕਹਿੰਦਾ ਵੀ ਗੁਰੂ ਸਾਹਿਬ ਦੇ ਮੰਦਰ ਨੂੰ ਵਾਪਸ ਲੈਣਾ ਆ, ਕੋਈ ਵੀ ਸੰਘਰਸ਼ ਕਰੇ ਅਸੀਂ ਉਹਦੇ ਨਾਲ ਆ। ਤੁਗਲਕਾਬਾਦ ਮੰਦਰ ਦੇ ਲਈ ਤੁਸੀਂ ਕਿਹੋ ਜਿਹੀ ਮੁਹਿੰਮ ਵੱਢੋਗੇ? ਤੇ ਜੇਕਰ ਸਰਕਾਰਾਂ ਤੁਹਾਡੀ ਨਹੀਂ ਫਰਿਆਦ ਸੁਣਦੀਆਂ, ਨਹੀਂ ਤੁਹਾਡੀ ਗੱਲ ਮੰਨਦੀਆਂ, ਤੁਸੀਂ ਕਿਹੋ ਜਿਹੀ ਰਣਨੀਤੀ ਜਿਹੜੀ ਉਹ ਅਪਣਾਈ ਆ, ਕਿਹੋ ਜਿਹੀ ਤੁਸੀਂ ਆਪਣੇ ਅੱਗੇ ਜੋ ਵਿਚਾਰਧਾਰਾ ਲੈ ਕੇ ਜਾਓਗੇ ਜਾਂ ਰਣਨੀਤੀ? ਸਭ ਤੋਂ ਵੱਡੀ ਗੱਲ ਤਾਂ ਦਵਿੰਦਰ ਜੀ, ਨਹੀਂ, ਸਭ ਤੋਂ ਵੱਡੀ ਗੱਲ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਸਾਡੇ ਰਹਿਬਰ, ਸਾਡੇ ਸਨਮਾਨਯੋਗ, ਔਰ ਸਾਡੇ ਸਭ ਕੁਝ ਜੇ ਕਹਿ ਲਈਏ ਡਾਕਟਰ ਅੰਬੇਡਕਰ ਸਾਹਿਬ, ਸਤਿਗੁਰੂ ਰਵਿਦਾਸ ਮਹਾਰਾਜ ਜੀ, ਔਰ ਇਹਨਾਂ ਨੇ ਸਾਨੂੰ ਕਦੇ ਵੀ ਹਥਿਆਰ ਚੱਕਣਾ ਨਹੀਂ ਸਿਖਾਇਆ। ਸਤਿਗੁਰੂ ਰਵਿਦਾਸ ਮਹਾਰਾਜ ਜੀ ਇਕੱਲੇ ਚੱਲੇ ਉਸ ਸਮੇਂ ਤੇ ਉਹਨਾਂ ਨੇ ਹਥਿਆਰ ਨਹੀਂ ਚੱਕਿਆ, ਉਗਰ ਨਹੀਂ ਹੋਏ। ਉਹਨਾਂ ਨੇ ਸਾਨੂੰ ਸ਼ਾਂਤੀ ਦੇ ਪ੍ਰਤੀਕ, ਸ਼ਾਂਤੀ ਦਾ ਸਮਝੌਤਾ, ਸਾਨੂੰ ਸ਼ਾਂਤੀ ਦਾ ਆਦੇਸ਼ ਜਿਹੜਾ ਦਿੱਤਾ ਹੈ। ਔਰ ਰਵਿਦਾਸ ਮਹਾਰਾਜ ਜੀ ਨੇ ਕਿਹਾ ਸਾਧ ਸੰਗਤ ਰਲ ਰਹੀ ਹੈ ਮਧੁ ਜੈਸੇ ਮਧੁ ਮਿੱਠੀ ਰਾ। ਹੁਣ ਅਸੀਂ ਬਸ ਇਹੀ ਸਾਬਤ ਕਰਨਾ ਆ ਕਿ ਜੋ ਸਾਡੇ ਗੁਰੂ ਨੇ ਕਹਿਤਾ ਵੀ ਸਾਧ ਸੰਗਤ ਜੀ ਇਕੱਠੇ ਹੋ ਜਾਓ, ਇਕੱਠੇ ਦਾ ਕੰਮ ਇਹ ਸਾਡਾ ਕੰਮ ਹੈ।
ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਜੇ ਮੈਂ ਕਹਿੰਦਾ ਵੀ ਮੈਂ ਮੰਨਦਾ ਹਾਂ ਤੇ ਮੈਂ ਉਹਦੇ ਅਸੂਲਾਂ ਤੇ ਚੱਲੂਗਾ ਵੀ। ਬਾਬਾ ਸਾਹਿਬ ਅੰਬੇਡਕਰ ਨੇ ਕੀ ਕਿਹਾ? ਪੜ੍ਹੋ, ਜੁੜੋ, ਸੰਘਰਸ਼ ਕਰੋ। ਅੱਜ ਜੇ ਪੜ੍ਹ ਲਿਖ ਕੇ ਅਸੀਂ ਆਰਗੇਨਾਈਜ਼ ਹੋ ਕੇ ਸੰਘਰਸ਼ ਨਹੀਂ ਕਰਾਂਗੇ ਤਾਂ ਅਸੀਂ ਉਹਨਾਂ ਦੇ ਅਸੂਲਾਂ ਤੇ ਕਿੱਦਾਂ ਚੱਲਦੇ ਹਾਂ ਜੀ? ਸ਼ਾਂਤਮਈ ਸਾਡਾ ਪ੍ਰਦਰਸ਼ਨ ਹੋਊਗਾ, ਦਿੱਲੀ ਵੱਲ ਕੂਚ ਹੋਊਗਾ। ਜਿੱਥੇ ਸਾਡੇ ਬਾਪ ਦੀ ਜ਼ਮੀਨ ਆ ਤੁਗਲਕਾਬਾਦ, ਉਸ ਜ਼ਮੀਨ ਵੱਲ ਅਸੀਂ ਕੂਚ ਕਰਾਂਗੇ। ਜਿੱਥੇ ਵੀ ਸਾਡੀ ਸਰਕਾਰ ਨੇ, ਸਾਡੇ ਪੁਲਿਸ ਨੇ ਜਾਂ ਆਰਮੀ ਨੇ ਜਿੱਥੇ ਵੀ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉੱਥੇ ਪੱਕੇ ਡੇਰੇ ਸਾਡੇ ਲੱਗ ਜਾਣਗੇ। ਇੱਕ ਯਾਤਰਾ ਦੇ ਰੂਪ 'ਚ ਜਾਊਗਾ। ਤੁਹਾਡੇ ਆਪਣੇ ਵੀ ਵਿਰੋਧੀ ਹੋਣਗੇ? ਹਰ ਇੱਕ ਮੂਵਮੈਂਟ ਦੇ ਵਿੱਚ ਮੈਂ ਵਿਦਿਆਰਥੀਆਂ ਲਈ ਵੀ ਸੰਘਰਸ਼ ਕਰ ਰਿਹਾ। ਤੁਹਾਨੂੰ ਪਤਾ ਵਿਰੋਧੀ ਉੱਥੇ ਵੀ ਹੁੰਦੇ ਆ, ਪੁਲਿਸ ਪ੍ਰਸ਼ਾਸਨ ਵਿਰੋਧੀ ਹੈ, ਸਰਕਾਰ ਵਿਰੋਧੀ ਆ, ਔਰ ਸਰਕਾਰ ਇੱਥੇ ਵੀ ਵਿਰੋਧੀ ਆ। ਪਰੰਤੂ ਇੱਥੇ ਮੈਂ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕਰਦਾ, ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆ, ਇਹਦੇ ਨਾਲ ਸਾਡਾ ਜਿਹੜਾ ਡਾਇਰੈਕਟਲੀ ਕੋਈ ਵਿਰੋਧ ਨਹੀਂ ਗਾ, ਪਰ ਜੇ ਸਾਡੇ ਮਿਸ਼ਨ ਨੂੰ ਇਹ ਰੋਕਣ ਦੀ ਕੋਸ਼ਿਸ਼ ਕਰੂਗੇ ਅਸੀਂ ਡਾਇਰੈਕਟ ਵਿਰੋਧ ਉਹਨਾਂ ਦਾ ਵੀ ਕਰਾਂਗੇ। ਪਰੰਤੂ ਹੁਣ ਅਸੀਂ ਇਹਨਾਂ ਪੰਜਾਬ ਸਰਕਾਰ ਤੋਂ, ਮੁੱਖ ਮੰਤਰੀ ਕੈਪਟਨ ਤੋਂ ਵੀ ਉਮੀਦ ਕਰਦੇ ਹਾਂ ਕਿ ਉਹ ਰਵਿਦਾਸੀਆ ਸਮਾਜ ਦੀਆਂ ਭਾਵਨਾਵਾਂ ਨੂੰ ਸਮਝੇ। ਉਸ ਸਮੇਂ ਤਾਂ ਕਹਿੰਦੇ ਸੀ ਕਿ ਅਸੀਂ ਤੁਹਾਡੇ ਜਿਹੜੇ ਗੁਰੂ ਘਰ ਨੂੰ ਪ੍ਰਾਪਤ ਕਰਨ ਲਈ ਤੁਹਾਡੇ ਨਾਲ ਆ, ਅੱਜ ਕਿੱਥੇ ਆ? ਸੰਤੋਖ ਸਿੰਘ ਚੌਧਰੀ ਅੱਜ ਕਿਉਂ ਚੁੱਪ ਆ? ਸੁਸ਼ੀਲ ਰਿੰਕੂ ਅੱਜ ਕਿਉਂ ਚੁੱਪ ਆ? ਕਿਉਂ ਚੁੱਪ ਆ ਰਾਜਕੁਮਾਰ ਚੱਬੇਵਾਲ? ਅੱਜ ਸਾਰੇ ਲੋਕ ਕਿਉਂ ਸੁੱਤੇ ਪਏ ਆ? ਇਹ ਲੋਕ ਖਾਸ ਤੌਰ ਤੇ ਲੀਡਰ, ਆਮ ਲੋਕ ਜਾਗ ਰਹੇ ਆ, ਲੀਡਰ ਸੁੱਤੇ ਆ। ਸਾਡੇ ਲੀਡਰਾਂ ਨੂੰ ਜਗਾਉਣਾ ਸਾਡਾ ਫਰਜ਼ ਆ। ਅਗਰ ਇਹ ਨਹੀਂ ਜਾਗਣਗੇ, ਸਮਾਜ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਬਹਿਸ਼ਕਾਰ ਜਿਹੜਾ ਕਰ ਦੂਗਾ। ਇਹ ਸਨ ਸਾਡੇ ਨਾਲ ਨਵਦੀਪ ਦਕੋਹਾ, ਜਿਨ੍ਹਾਂ ਨੇ ਕਿ ਬੜੇ ਹੀ ਬੇਧੜਕ ਅੰਦਾਜ਼ ਵਿੱਚ ਕਿਹਾ ਕਿ ਅਸੀਂ ਆਪਣੀ ਪੂਰੀ ਜ਼ਮੀਨ ਜੋ ਹੈ ਤੁਗਲਕਾਬਾਦ ਮੰਦਿਰ ਦੀ ਹੈ ਉਹਨੂੰ ਲੈ ਕੇ ਰਹਾਂਗੇ, ਚਾਹੇ ਸਾਨੂੰ ਕਿਸੇ ਵੀ ਕੁਝ ਵੀ ਕਰਨਾ ਪਵੇ, ਕਿਸੇ ਵੀ ਤਰੀਕੇ ਨਾਲ ਕਰਨਾ ਪਵੇ। ਅਸੀਂ ਲੋਕਾਂ ਨੂੰ ਇਕੱਠੇ ਕਰਾਂਗੇ, ਲੋਕਾਂ ਦੇ ਵਿੱਚ ਪਿਆਰ ਪੈਦਾ ਕਰਾਂਗੇ, ਉਹਨਾਂ ਦੇ ਵਿੱਚ ਮਿਸ਼ਨ ਪੈਦਾ ਕਰਾਂਗੇ ਤੇ ਉਹਨਾਂ ਨੂੰ ਇਕੱਠੇ ਕਰਕੇ ਅਸੀਂ ਉਸ ਅਸਥਾਨ ਵੱਲੋਂ ਤੋਰਾਂਗੇ ਜੋ ਕਿ ਦਿੱਲੀ ਵਿਖੇ ਤੁਗਲਕਾਬਾਦ ਮੰਦਿਰ ਹੈ। ਉਹਨਾਂ ਨੇ ਸੰਤ ਸਮਾਜ ਨੂੰ ਤੇ ਇਹਨਾਂ ਨੇਤਾਵਾਂ ਨੂੰ ਵੀ ਉਹਨਾਂ ਨੇ ਕਿ ਜੋ ਵੀ ਇਸ ਅਸਥਾਨ ਦੀ, ਇਸ ਸਤਿਗੁਰੂ ਰਵਿਦਾਸ ਮਹਾਰਾਜ ਦੀ ਤੁਸੀਂ ਭਾਵਨਾਵਾਂ ਦੇ ਨਾਲ ਜੁੜੇ ਹੋ ਤਾਂ ਇਸ ਵੱਲ ਨੂੰ ਤੁਸੀਂ ਆਪਣੀ ਨਿਗਾਹ ਕਰਦੇ ਹੋਏ ਇਸ ਮਿਸ਼ਨ ਨੂੰ ਫਤਿਹ ਕਰਨ ਦੇ ਲਈ ਤੁਸੀਂ ਆਪਣੀ ਤਾਕਤ ਜੋ ਹੈ ਇਸ ਵੱਲ ਨੂੰ ਲਗਾਓ। ਤੇ ਉਹਨਾਂ ਨੇ ਸਾਰੇ ਸਮਾਜ ਨੂੰ, ਰਵਿਦਾਸੀਆ ਸਮਾਜ ਨੂੰ ਵੀ ਬੇਨਤੀ ਕੀਤੀ ਹੈ ਕਿ ਸਾਰੇ ਇੱਕ ਹੋ ਕੇ ਅਸੀਂ ਤੁਗਲਕਾਬਾਦ ਜੋ ਹੈ ਉੱਥੇ ਮੰਦਿਰ ਬਣਾਉਣਾ ਹੈ ਤੇ ਉਸ ਨੂੰ ਸਜਾਉਣਾ ਹੈ ਤੇ ਉਹਦੇ ਲਈ ਅਸੀਂ ਆਪਣੀ ਜਿੱਥੋਂ ਤੱਕ ਵੀ ਹੋ ਸਕੇ ਅਸੀਂ ਅੱਗੇ ਤੱਕ ਵਧਾਂਗੇ ਤੇ ਯਾਤਰਾਵਾਂ ਕਰਾਂਗੇ, ਸਰਕਾਰਾਂ ਦੀ ਜੋ ਹੈ ਦੰਦ ਖੱਟੇ ਕਰਾਂਗੇ। ਕੈਮਰਾਮੈਨ ਸੁਭਾਸ਼ ਸ਼ਰਮਾ ਦੇ ਨਾਲ ਜ਼ੀਰੋ ਲਾਈਨ ਨਿਊਜ਼ ਤੋਂ ਦਵਿੰਦਰ।